ਦੀ ਤਰੱਕੀ ਦੀ ਰਫ਼ਤਾਰ ਦਾ ਪਹੀਆ ਅੱਜ ਤੋਂ 50 ਸਾਲ ਪਹਿਲਾਂ ਘੁੰਮਣਾ ਸ਼ੁਰੂ ਹੋਇਆ। ਦੁਬਈ ਨੇ 2003 ਦੇ ਵਿੱਚ ਮਲਟੀ ਬਿਲੀਅਨ ਡਾਲਰ ਪ੍ਰੋਜੈਕਟ ਦਾ ਵਰਲਡ ਦੀ ਘੋਸ਼ਣਾ ਕੀਤੀ। ਇਹ ਮਨੁੱਖ ਵੱਲੋਂ ਸੰਸਾਰ ਦੇ ਨਕਸ਼ੇ ਦੀ ਸ਼ਕਲ ਵਿੱਚ ਦੁਬਈ ਦੇ ਸਮੁੰਦਰੀ ਤੱਟਾਂ ਤੇ ਬਣਾਇਆ ਜਾਣ ਵਾਲਾ ਪ੍ਰੋਜੈਕਟ ਸੀ, ਜਿਸ ਵਿੱਚ ਬਣਾਏ ਜਾਣੇ ਸਨ ਬਹੁਤ ਹੀ ਸ਼ਾਨਦਾਰ ਘਰ, ਟੂਰਿਸਟ ਸਪਾਟ ਅਤੇ ਹੋਟਲ। ਅੱਜ 10 ਸਾਲ ਗੁਜ਼ਰ ਜਾਣ ਮਗਰੋਂ ਰੇਤ ਦੇ ਟਾਪੂਆਂ ਤੋਂ ਇਲਾਵਾ ਕੋਈ ਵੀ ਢਾਂਚਾ ਬਣ ਕੇ ਤਿਆਰ ਨਹੀਂ ਹੋਇਆ। ਪਰ ਅਸਲ ਵਿੱਚ ਅਜਿਹਾ ਕੀ ਵਾਪਰਿਆ ਕਿ ਇਹ ਸਭ ਕੁਝ ਸੰਭਵ ਨਹੀਂ ਹੋ ਸਕਿਆ? ਆਓ ਇਸ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸੰਸਾਰ ਦੇ ਵੱਡੇ ਰੀਅਲ ਸਟੇਟ ਕਾਰੋਬਾਰੀਆਂ ਨੇ ਦੁਬਈ ਦੇ ਸਮੁੰਦਰੀ ਤੱਟਾਂ ਨੂੰ ਰੀਅਲ ਸਟੇਟ ਅਤੇ ਟੂਰਿਸਟ ਸਪਾਟ ਬਣਾਏ ਜਾਣ ਨੂੰ ਇੱਕ ਸੁਨਹਿਰੀ ਮੌਕੇ ਵਜੋਂ ਦੇਖਿਆ ਅਤੇ ਇਹਨਾਂ ਸਮੁੰਦਰੀ ਤੱਟਾਂ ਵਿੱਚ ਆਰਟੀਫੀਸ਼ੀਅਲ ਲੈਂਡ ਬਣਾਉਣ ਦਾ ਖਾਕਾ ਖਿੱਚਿਆ, ਕਿਉਂਕਿ ਉਸ ਸਮੇਂ ਰੀਅਲ ਸਟੇਟ ਦਾ ਕਾਰੋਬਾਰ ਆਪਣੀਆਂ ਬੁਲੰਦੀਆਂ ਤੇ ਸੀ ਅਤੇ ਸਮੁੰਦਰ ਦੇ ਕੰਢਿਆਂ ਤੇ ਕਾਰੋਬਾਰੀ ਤੇ ਰਹਿਸ਼ੀ ਸੰਪਤੀਆਂ ਦੀ ਮੰਗ ਵਿੱਚ ਉਛਾਲ ਆ ਰਿਹਾ ਸੀ। ਸੋ ਨਖੀਲ ਪ੍ਰਾਪਰਟੀਜ਼, ਜੋ ਕਿ ਇੱਕ ਰੀਅਲ ਸਟੇਟ ਕੰਪਨੀ ਹੈ ਅਤੇ ਜਿਸ ਦਾ ਮਾਲਿਕਾਨਾ ਹੱਕ ਦੁਬਈ ਦੀ ਸਰਕਾਰ ਕੋਲ ਹੈ, ਨੇ ਇਸ ਖੇਤਰ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਯੋਜਨਾਵਾਂ ਤਿਆਰ ਕੀਤੀਆਂ। ਇਸ ਲਈ 2 ਦਹਾਕਿਆਂ ਦਾ ਸਮਾਂ ਮਿਥਿਆ ਗਿਆ। ਕੰਪਨੀ ਦੁਆਰਾ 3 ਟਾਪੂਆਂ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ, ਜਿਨ੍ਹਾਂ ਨੂੰ ਕਿ ਅਸਮਾਨ ਤੋਂ ਵੀ ਵੇਖਿਆ ਜਾ ਸਕਦਾ ਹੋਵੇ ਅਤੇ ਜਿਨ੍ਹਾਂ ਦਾ ਆਕਾਰ ਪਾਮ ਟਰੀ ਵਰਗਾ ਸੀ। ਇਹਨਾਂ ਵਿੱਚ ਮੁੱਖ ਸਨ ਪਾਮ ਜ਼ਮੀਰਾ, ਪਾਮ ਜਬਲ ਅਲੀ ਅਤੇ ਪਾਮ ਦਾਇਰਾ, ਜੋ ਕਿ ਆਕਾਰ ਵਿੱਚ ਸਭ ਤੋਂ ਵੱਡਾ ਸੀ। ਇਸ ਤੋਂ ਇਲਾਵਾ ਦਾ ਵਰਲਡ ਦੀ ਘੋਸ਼ਣਾ ਕੀਤੀ ਗਈ। ਇਹ ਸਭ ਕੁਝ ਮੁਕੰਮਲ ਕਰ ਲੈਣ ਤੋਂ ਬਾਅਦ ਅਗਲੇ ਪੜਾਅ ਵਿੱਚ ਦਾ ਯੂਨੀਵਰਸ ਦਾ ਨਿਰਮਾਣ ਕੀਤਾ ਜਾਣਾ ਸੀ। ਦਾ ਯੂਨੀਵਰਸ ਵਿੱਚ ਤਿਆਰ ਕੀਤੇ ਜਾਣ ਵਾਲੇ ਟਾਪੂਆਂ ਦਾ ਆਕਾਰ ਸੂਰਜ, ਚੰਦਰਮਾ ਅਤੇ ਸੂਰਜ ਮੰਡਲ ਦੇ ਗ੍ਰਹਿਾਂ ਤੋਂ ਇਲਾਵਾ ਸਾਡੀ ਮਿਲਕੀ ਵੇ ਗਲੈਕਸੀ ਦੇ ਆਕਾਰ ਨਾਲ ਮਿਲਦਾ ਜੁਲਦਾ ਸੀ। ਜਬਲ ਅਲੀ ਦੇ ਨਾਲ ਦੂਸਰੇ ਪ੍ਰੋਜੈਕਟ ਦਾ ਨਾਮ ਸੀ ਦਾ ਦੁਬਈ ਵਾਟਰ। ਇਹਨਾਂ ਟਾਪੂਆਂ ਦਾ ਆਕਾਰ ਈਦ ਦੇ ਚੰਨ ਵਰਗਾ ਸੀ, ਜਿਸ ਨੂੰ ਕਿ ਇਸਲਾਮ ਵਿੱਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਹਨਾਂ ਕੰਸਟਰਕਸ਼ਨ ਪ੍ਰੋਜੈਕਟਾਂ ਨੂੰ ਸੰਸਾਰ ਵਿੱਚ ਸਭ ਤੋਂ ਵੱਡੇ ਮੈਨ-ਮੇਡ ਕੰਸਟਰਕਸ਼ਨ ਪ੍ਰੋਜੈਕਟ ਵਜੋਂ ਪ੍ਰਚਾਰਿਆ ਗਿਆ। ਇਹ ਚੰਨ ਵਰਗੇ ਟਾਪੂ ਜਬਲ ਅਲੀ ਨੂੰ ਸਮੁੰਦਰ ਵਿੱਚ ਖੁਰਨ ਜਾਂ ਰੁੜਨ ਤੋਂ ਬਚਾਉਣ ਲਈ ਵੀ ਕੰਮ ਆਉਣਗੇ। ਦੁਬਈ ਦੇ ਸਮੁੰਦਰੀ ਤੱਟ ਤੇ ਬਣਨ ਵਾਲੇ ਇਹਨਾਂ ਟਾਪੂਆਂ ਦੇ ਇੱਕ ਪਾਸੇ ਸੀ ਆਬੂ ਧਾਬੀ ਤੇ ਦੂਸਰੇ ਪਾਸੇ ਸ਼ਾਰਜਾਹ। ਇਹਨਾਂ ਟਾਪੂਆਂ ਦੇ ਨਿਰਮਾਣ ਦਾ ਉਦੇਸ਼ ਸੀ ਦੁਬਈ ਨੂੰ ਇੱਕ ਟੂਰਿਸਟ ਸਪਾਟ ਵਜੋਂ ਸਥਾਪਿਤ ਕਰਨਾ ਅਤੇ ਉਸ ਤੋਂ ਪ੍ਰਾਪਤ ਹੋਏ ਪੈਸੇ ਨੂੰ ਦੁਬਈ ਦੀ ਜ਼ਮੀਨੀ ਅਤੇ ਸਮੁੰਦਰੀ ਸਤ੍ਹਾ ਵਿੱਚੋਂ ਤੇਲ ਕੱਢਣ ਲਈ ਵਰਤਿਆ ਜਾਣਾ ਸੀ। ਆਓ ਹੁਣ ਨਜ਼ਰ ਮਾਰਦੇ ਹਾਂ ਕਿ ਇਹਨਾਂ ਬਹੁਤ ਹੀ ਜ਼ੋਰਦਾਰ ਤੇ ਧੜੱਲੇ ਨਾਲ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਆਖਿਰ ਕੀ ਬਣਿਆ। 2001 ਵਿੱਚ ਨਖੀਲ ਪ੍ਰਾਪਰਟੀਜ਼ ਦੁਆਰਾ ਪਾਮ ਜ਼ਵੇਰਾ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਨਾਲ ਦੁਬਈ ਦੀ ਸਮੁੰਦਰੀ ਤੱਟ ਰੇਖਾ ਵਿੱਚ ਦੁੱਗਣਾ ਵਾਧਾ ਹੋਇਆ। 2006 ਵਿੱਚ ਪਹਿਲੇ ਅਪਾਰਟਮੈਂਟਸ ਦੀ ਡਿਲੀਵਰੀ ਕਰ ਦਿੱਤੀ ਗਈ। ਵਿੱਚ ਵਾਲੇ ਹਿੱਸਿਆਂ ਵਿੱਚ ਰਹਿਸ਼ੀ ਇਮਾਰਤਾਂ ਬਣਾਈਆਂ ਗਈਆਂ ਅਤੇ ਆਊਟਰ ਸਪੇਸ ਲਗਜ਼ਰੀ ਹੋਟਲਸ ਅਤੇ ਮਾਲਸ ਵਾਸਤੇ ਰਿਜ਼ਰਵ ਰੱਖੀ ਗਈ। ਇਹ ਆਊਟਰ ਸਪੇਸ ਪਾਮ ਜ਼ਵੇਰਾ ਨੂੰ ਸਮੁੰਦਰੀ ਤੂਫਾਨ ਤੋਂ ਬਚਾਈ ਰੱਖਣ ਦਾ ਕੰਮ ਵੀ ਕਰੇਗੀ। ਇਸ ਤਰ੍ਹਾਂ ਪਾਮ ਜ਼ਵੇਰਾ ਦਾ ਕੰਮ ਮੁਕੰਮਲ ਕਰ ਲਿਆ ਗਿਆ। 21ਵੀਂ ਸਦੀ ਦੇ ਸ਼ੁਰੂ ਵਿੱਚ ਰੀਅਲ ਸਟੇਟ ਬੂਮ ਦੌਰਾਨ ਦੁਬਈ ਵਿੱਚ ਹੋਰ ਵੀ ਬਹੁਤ ਚਰਚਿਤ
ਇਮਾਰਤਾਂ ਦਾ ਨਿਰਮਾਣ ਹੋਇਆ, ਜਿਨ੍ਹਾਂ ਵਿੱਚ ਇੱਕ ਹੈ ਬੁਰਜ ਖਲੀਫਾ। ਤੇ ਇਸ ਦੇ ਨਾਲ ਹੀ ਸਤੰਬਰ 2008 ਵਿੱਚ ਐਟਲਾਂਟਿਸ ਹੋਟਲ ਦਾ ਪਾਮ ਜ਼ਵੇਰਾ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਉਦਘਾਟਨ ਕੀਤਾ ਗਿਆ। ਪਰ ਇਸ ਜਸ਼ਨ ਨਾਲ ਹਕੀਕਤ ਨੂੰ ਨਹੀਂ ਛੁਪਾਇਆ ਜਾ ਸਕਦਾ ਸੀ ਅਤੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਦੁਬਈ ਤੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਪਾਮ, ਜਬਲ ਅਲੀ ਤੇ ਹੋਰ ਬਹੁਤ ਸਾਰੀਆਂ ਕੰਸਟਰਕਸ਼ਨ ਸਾਈਟਸ ਨੂੰ ਬੰਦ ਕਰ ਦਿੱਤਾ ਗਿਆ। ਮੰਗ ਵਿੱਚ ਗਿਰਾਵਟ ਆਉਣ ਤੋਂ ਬਾਅਦ ਸੀ ਪ੍ਰਾਪਰਟੀਜ਼ ਦੇ ਮੁੱਲ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਪਾਮ, ਜਬਲ ਅਲੀ ਵਿੱਚ ਚੱਲ ਰਹੇ ਉੱਨਤੀ ਕਾਰਜ ਠੰਡੇ ਪੈ ਗਏ। 2011 ਦੇ ਵਿੱਚ ਅਖੀਲ ਪ੍ਰਾਪਰਟੀਜ਼ ਨੇ ਇਹ ਪ੍ਰੋਜੈਕਟ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਅਤੇ ਅੱਜ ਸਮੁੰਦਰ ਵਿੱਚ ਬਣਾਏ ਗਏ ਰੇਤੇ ਦੇ ਟਾਪੂ ਵੀਰਾਨ ਤੇ ਖਾਲੀ ਪਏ ਹਨ ਤੇ ਇੰਜ ਲੱਗਦਾ ਹੈ ਕਿ ਇਹਨਾਂ ਟਾਪੂਆਂ ਨੂੰ ਬਣਾਉਣ ਦੀਆਂ ਯੋਜਨਾਵਾਂ ਵੀ ਕਿਸੇ ਰਤੀਲੇ ਤੂਫਾਨ ਦੀ ਭੇਂਟ ਚੜ੍ਹ ਗਈਆਂ ਹੋਣ। ਦੁਬਈ ਵਾਟਰ ਫਰੰਟ ਲਈ ਰਾਖਵੀਂ ਕੀਤੀ ਗਈ ਜ਼ਮੀਨ ਨੂੰ ਅੱਜ ਸਿਰਫ ਸੈਟੇਲਾਈਟ ਇਮੇਜ ਵਿੱਚ ਹੀ ਵੇਖਿਆ ਜਾ ਸਕਦਾ ਹੈ। ਇਸ ਪ੍ਰੋਜੈਕਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪਾਮ ਡੇਰਾ ਦੀ ਵੀ ਇਹੀ ਸਥਿਤੀ ਹੈ। 2013 ਵਿੱਚ ਨਖੀਲ ਪ੍ਰਾਪਰਟੀਜ਼ ਨੇ ਇਸ ਪ੍ਰੋਜੈਕਟ ਨੂੰ ਨਵੀਂ ਬ੍ਰਾਂਡਿੰਗ ਨਾਲ ਪੇਸ਼ ਕੀਤਾ ਅਤੇ ਇਸ ਨੂੰ ਛੋਟੇ ਪੱਧਰ ਤੇ ਵਿਕਸਿਤ ਕਰਨ ਲਈ ਇੱਕ ਨਵਾਂ ਨਾਂ ਦਿੱਤਾ ਗਿਆ, ਡਾਇਰਾ ਆਈਲੈਂਡਸ, ਜਿਸ ਵਿੱਚ ਦੁਕਾਨਾਂ, ਮਾਲਸ ਅਤੇ 2 ਹਾਈ ਰਾਈਜ਼ ਬਿਲਡਿੰਗ ਬਣਾਉਣ ਦਾ ਕੰਮ ਜਾਰੀ ਹੈ। ਸਭ ਤੋਂ ਅਖੀਰ ਵਿੱਚ ਗੱਲ ਕਰਦੇ ਹਾਂ ਦ ਵਰਲਡ ਦੀ। ਜ਼ਮੀਨ ਨਿਰਮਾਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਲਗਭਗ ਸਾਰੇ ਆਈਲੈਂਡਸ ਆਰਥਿਕ ਮੰਦੀ ਤੋਂ ਪਹਿਲਾਂ ਵੇਚੇ ਜਾ ਚੁੱਕੇ ਸਨ। ਪਰ ਇਹਨਾਂ ਟਾਪੂਆਂ ਵਿੱਚ ਪੈਸਾ ਲਗਾ ਚੁੱਕੇ ਕਾਰੋਬਾਰੀ ਵੀ ਮੰਦੀ ਦੀ ਚਪੇਟ ਵਿੱਚ ਆ ਗਏ। ਆਰਥਿਕ ਮੰਦੀ ਦੇ ਬਾਵਜੂਦ ਅਤੇ ਦੁਬਈ ਦੀਆਂ ਹੋਰ ਪ੍ਰਾਪਰਟੀਜ਼ ਵਿੱਚ ਵਧੀ ਇਨਵੈਸਟਮੈਂਟ ਦੇ ਬਾਵਜੂਦ ਦ ਵਰਲਡ ਦਾ ਪ੍ਰੋਜੈਕਟ ਉਸ ਤੋਂ ਕੋਈ ਲਾਭ ਨਹੀਂ ਲੈ ਸਕਿਆ, ਕਿਉਂਕਿ ਇਸ ਪ੍ਰੋਜੈਕਟ ਨੇ ਇਨਵੈਸਟਮੈਂਟ ਤੋਂ ਬਾਅਦ ਪ੍ਰੋਫਿਟ ਕੱਢਣ ਦਾ ਭਰੋਸਾ ਗਵਾ ਦਿੱਤਾ। ਪ੍ਰੋਜੈਕਟ ਸ਼ੁਰੂ ਹੋਣ ਤੋਂ 10 ਸਾਲ ਬਾਅਦ ਪੜਚੋਲ ਕਰਨ ਤੇ ਪਤਾ ਲੱਗਾ ਕਿ ਦ ਵਰਲਡ ਮੌਜੂਦਾ ਪਰਿਸਥਿਤੀਆਂ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕਦਾ। ਇਸ ਦੌਰਾਨ ਕੁਝ ਮੀਡੀਆ ਖਬਰਾਂ ਨੇ ਨਸ਼ਰ ਕੀਤਾ ਕਿ ਦ ਵਰਲਡ ਦੇ ਕੁਝ ਰੇਤੀਲੇ ਟਾਪੂ ਸਮੁੰਦਰ ਵਿੱਚ ਡੁੱਬ ਰਹੇ ਹਨ ਅਤੇ ਸਮੁੰਦਰੀ ਪਾਣੀ ਦਾ ਵੱਧ ਰਿਹਾ ਸਤਰ ਇਸ ਦੀ ਹੋਂਦ ਲਈ ਇੱਕ ਖਤਰਾ ਬਣ ਗਿਆ ਹੈ। ਇਸ ਦੌਰਾਨ ਪਾਮ ਜ਼ਮੀਰਾ ਵਿੱਚ ਰਹਿ ਰਹੇ ਲੋਕਾਂ ਦੁਆਰਾ ਇਸ ਟਾਪੂ ਦੀ ਪਾਣੀ ਦੀ ਗੁਣਵੱਤਾ ਅਤੇ ਸਾਫ਼ ਸਫਾਈ ਤੇ ਸਵਾਲੀਆ ਨਿਸ਼ਾਨ ਖੜੇ ਕਰਨੇ ਸ਼ੁਰੂ ਕਰ ਦਿੱਤੇ। ਇਸ ਟਾਪੂ ਅੰਦਰਲੇ ਪਾਣੀ ਵਿੱਚ ਆਈ ਖੜੋਤ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਬਣ ਗਈ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ। ਸਮੁੰਦਰ ਦੇ ਫਲੈਟ ਬੈੱਡ ਤੋਂ ਲੱਖਾਂ ਕਰੋੜਾਂ ਟਨ ਰੇਤ ਨੂੰ ਮਸ਼ੀਨਾਂ ਦੁਆਰਾ ਇਕੱਠਾ ਕਰਨ ਤੇ ਸਮੁੰਦਰੀ ਜਨ ਜੀਵਨ ਪ੍ਰਭਾਵਿਤ ਹੋਇਆ। ਮਨੁੱਖ ਦੁਆਰਾ ਸਿਰਜੇ ਗਏ ਟਾਪੂਆਂ ਨੇ ਦੁਬਈ ਦੇ ਕੁਦਰਤੀ ਤੱਟਾਂ ਤੇ ਵਸ ਰਹੇ ਜੀਵਨ ਤੇ ਵੀ ਆਪਣਾ ਨਕਾਰਾਤਮਕ ਪ੍ਰਭਾਵ ਪਾਇਆ। ਇਹਨਾਂ ਕਮੀਆਂ ਦੇ ਹੁੰਦੇ ਹੋਏ ਹੁਣ ਇਹਨਾਂ ਪ੍ਰੋਜੈਕਟਾਂ ਨੂੰ ਮਾਰਕੀਟ ਵਿੱਚ ਉਤਾਰਨਾ ਮੁਸ਼ਕਿਲ ਹੋ ਗਿਆ। ਪਰ ਇਸ ਸਭ ਕੁਝ ਦੇ ਬਾਵਜੂਦ ਕੁਝ ਕੋਸ਼ਿਸ਼ਾਂ ਹਾਲੇ ਵੀ ਜਾਰੀ ਹਨ, ਜਿਨ੍ਹਾਂ ਵਿੱਚ ਸਿਰਫ ਇੱਕ ਟਾਪੂ ਤੇ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਿਸ ਨੂੰ ਕਿ ਇੱਕ ਸੈਂਪਲ ਟਾਪੂ ਵਜੋਂ ਵਿਕਸਿਤ ਕੀਤਾ ਗਿਆ ਹੈ। 2014 ਦੇ ਵਿੱਚ ਇੱਕ ਆਸਟਰੀਅਨ ਕੰਪਨੀ ਦੁਆਰਾ ਨਵੀਂ ਘੋਸ਼ਣਾ ਕੀਤੀ ਗਈ, ਜਿਸ ਵਿੱਚ ਯੂਰਪ ਦਰਸਾ ਰਹੇ ਆਈਲੈਂਡਸ ਤੇ ਯੂਰਪ ਦੀ ਤਰਜ਼ ਤੇ ਮਿੰਨੀ ਯੂਰਪ ਬਣਾਉਣ ਦੀ ਗੱਲ ਕੀਤੀ ਗਈ। ਪ੍ਰੋਜੈਕਟ ਦਾ ਨਾਂ ਸੀ ਦ ਹਾਈਟਸ ਆਫ ਯੂਰਪ। ਇਹ ਪ੍ਰੋਜੈਕਟ ਨਿਰਮਾਣ ਅਧੀਨ ਹੈ ਅਤੇ ਇਸ ਵਿੱਚ ਕਿੰਨੀ ਸਫਲਤਾ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਕਿਸ ਮੰਤਵ ਲਈ ਸੰਸਾਰ ਭਰ ਵਿੱਚ ਅਜਿਹੇ ਜੋਖਿਮ ਭਰੇ ਪ੍ਰੋਜੈਕਟ ਪਲਾਨ ਕੀਤੇ ਜਾਂਦੇ ਹਨ, ਤਾਂ ਇਸ ਦਾ ਜਵਾਬ ਹੈ ਟੂਰਿਜ਼ਮ ਇੰਡਸਟਰੀ ਨੂੰ ਪ੍ਰਮੋਟ ਕਰਨਾ, ਜੋ ਕਿ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਕਿਸੇ ਵੀ ਖਿੱਤੇ ਦੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੀ ਹੈ। ਨਵੀਆਂ ਤਕਨੀਕਾਂ ਅਤੇ ਨਵੇਕਲੇ ਢੰਗਾਂ ਦੁਆਰਾ ਨਿਰਮਾਣ ਕੀਤੇ ਜਾਣ ਵਾਲੇ ਇਹ ਪ੍ਰੋਜੈਕਟ ਲੋਕਾਂ ਦਾ ਧਿਆਨ ਖਿੱਚਦੇ ਹਨ। ਨਵੇਂ ਵਰਲਡ ਰਿਕਾਰਡਸ ਅਤੇ ਕੀਰਤੀਮਾਨ ਸਥਾਪਿਤ ਹੁੰਦੇ ਹਨ ਅਤੇ ਇਹ ਪ੍ਰੋਜੈਕਟ ਕੌਮੀ
ਪਛਾਣ ਦਾ ਪ੍ਰਤੀਕ ਬਣਦੇ ਹਨ।